ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਹ ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਾਕੋ। ਤੂੰ ਠਾਕੁਰ ਊਚ ਭਗਵਾਨਾ। ਠੀਕਰ ਫੋਰ ਦਲੀਸ ਸਿਰ ਪ੍ਰਭ ਪੁਰ ਕੀਆ ਪਿਆਨ। ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ। ਹੈ ਸਭ ਜਗ ਭਇਓ ਜੈ 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 ਸੁਰ ਲੋਕ। ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਵਖਿਆਣ। ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਵਖਿਆਣ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ਼ ਦੇ ਮਾਲਕ ਬਾਣੀ ਕੇ ਬੋਹਿਤ ਜਾਹਰਾ ਜਹੂਰ ਹਾਜ਼ਰਾ ਹਜੂਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ
ਗੁਰੂ ਸਵਾਰੇ ਸਤ ਸੰਗੀ ਜਨੋ। ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਜੋ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ। ਸਭ ਥਾਈਂ ਹੋਏ ਸਹਾਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ 400 ਸਾਲਾ ਸ਼ਤਾਬਦੀ ਨੂੰ ਸਮਰਪਿਤ, ਜੋ ਪਿਛਲੇ ਕਈ ਰੋਜ਼ ਤੋਂ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਕੇ ਸਤ ਸੰਗਤ ਪ੍ਰਾਪਤ ਕਰਕੇ, ਲਾਹੇ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ। ਕਿਉਂਕਿ ਇਹ ਗੁਰੂ ਦੀ ਬਖਸ਼ਿਸ਼ ਹੈ, ਸਾਨੂੰ ਇਹ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਕਿਸ ਮੁਕਾਮ 'ਤੇ ਜਾ ਕੇ ਇਹ ਜ਼ਿੰਦਗੀ ਸਮਾਪਤ ਹੋ ਜਾਣੀ ਹੈ। ਪਰ ਸਾਡੇ ਲਈ ਵੱਡਿਆਂ ਭਾਗਾਂ ਦੀ ਇਹ ਨਿਸ਼ਾਨੀ ਹੈ ਕਿ ਆਪਾਂ ਆਪਣੇ ਜੀਵਨ ਕਾਲ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ 400 ਸਾਲਾ ਸ਼ਤਾਬਦੀ ਜੋ ਮਨਾ ਰਹੇ ਹਾਂ, ਆਪਾਂ ਆਪਣੇ ਨੇਤਰਾਂ ਨਾਲ ਦੇਖ ਰਹੇ ਹਾਂ। ਪਿੱਛੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਤਾਬਦੀ ਲੰਘੀ, ਫਿਰ ਗੁਰੂ ਸਵਾਰੇ ਹੁਣ ਇਹ 400 ਸਾਲਾ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜੀਵਨ ਸੰਬੰਧੀ ਗੁਰਮਤਿ ਦੀਆਂ ਵਿਚਾਰਾਂ। ਅਸਲ ਵਿੱਚ ਸਾਨੂੰ ਇਹ ਚੰਗਾ ਅਵਸਰ ਪ੍ਰਾਪਤ ਹੋਇਆ ਹੈ, ਜਿਹਦੇ ਰਾਹੀਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜੀਵਨ ਤੋਂ ਚੰਗੀ ਤਰ੍ਹਾਂ ਜਾਣੂ ਹੋ ਸਕਦੇ ਹਾਂ। ਚੰਗੀ ਤਰ੍ਹਾਂ ਜਾਣੂ ਹੋ ਸਕਦੇ ਹਾਂ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਆਪਣੇ ਜੀਵਨ ਕਾਲ ਵਿੱਚ ਕਿਹੜੇ ਕਿਹੜੇ ਕੌਤਕ ਕੀਤੇ ਨੇ, ਅਤੇ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਸੋ ਆਓ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਕੋਈ ਵੀ ਰਸਨਾ ਬਾਂਝੀ ਨਾ ਰਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਜਦੋਂ ਆਪਾਂ ਸਤਿਗੁਰ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਅਤੇ ਬਾਣੀ ਦੇ ਵਿੱਚੋਂ ਸਾਨੂੰ ਵਿਰਾਗ ਪ੍ਰਾਪਤ ਹੁੰਦਾ ਹੈ। ਸਤਿਗੁਰਾਂ ਦੀ ਬਾਣੀ ਵਿੱਚ ਵਿਰਾਗ ਹੈ, ਸਤਿਗੁਰਾਂ ਦੀ ਬਾਣੀ ਵਿੱਚ ਤਿਆਗ ਹੈ, ਅਤੇ ਤੀਸਰਾ ਸਤਿਗੁਰਾਂ ਦੀ ਬਾਣੀ ਵਿੱਚ ਅਨੁਰਾਗ ਹੈ। ਦੇਖੋ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਪੜ੍ਹਦੇ ਹਾਂ, ਪਹਿਲਾ ਰਾਗ ਹੈ ਸ੍ਰੀ ਰਾਗ। ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸਚ ਧਰੇ ਪਿਆਰ। ਸ੍ਰੀ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਨਹੀਂ ਹੈ। ਉਸ ਤੋਂ ਬਾਅਦ ਦੂਸਰਾ ਰਾਗ ਹੈ ਮਾਂਝ ਰਾਗ। ਮਾਂਝ ਰਾਗ ਦੇ ਵਿੱਚ ਵੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਨਹੀਂ ਹੈ। ਅਤੇ ਅੱਗੇ ਆਉਂਦਾ ਹੈ ਗੌੜੀ ਰਾਗ। ਗੌੜੀ ਰਾਗ ਦੇ ਵਿੱਚ ਸਤਿਗੁਰਾਂ ਦੀ ਬਾਣੀ ਦੀ ਰੰਭਤਾ ਹੁੰਦੀ ਹੈ। ਰੰਭਤਾ ਵਿੱਚ ਸਤਿਗੁਰੂ ਮਹਾਰਾਜ ਬਚਨ ਕਰਦੇ ਨੇ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗ ਦੁਰਜਨ ਕੀ, ਤਾਤੇ ਅਹਨਸ ਭਾਗੋ। ਇਹ ਰੰਭਤਾ ਦੇ ਪਹਿਲਾ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਹੈ ਗੌੜੀ ਰਾਗ ਦੇ ਵਿੱਚ। ਫਿਰ ਜਦੋਂ ਪਹਿਲੇ ਸ਼ਬਦ 'ਚ ਪਾਤਸ਼ਾਹ ਜੀ ਮਾਣ ਦੀ ਗੱਲ ਕਰਦੇ ਕਿ ਮਾਣ ਨੂੰ ਤਿਆਗਣਾ ਕਰੋ, ਹੰਕਾਰ ਨੂੰ ਤਿਆਗੋ। ਉਸ ਤੋਂ ਅੱਗੇ ਜਦੋਂ ਆਪਾਂ ਨੌਵੇਂ ਪਾਤਸ਼ਾਹ ਦੇ ਸ਼ਲੋਕ ਪੜ੍ਹਦੇ ਹਾਂ, ਸ਼ਲੋਕਾਂ ਦੇ ਸਤਿਗੁਰੂ ਮਹਾਰਾਜ ਜੀ ਫਿਰ ਪਕੜਨ ਦੀ ਗੱਲ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ, ਰਾਮ ਨਾਮ ਔਰ ਮੈਂ ਗਹਿਓ, ਜਾ ਕੈ ਸਮ ਨਹੀਂ ਕੋਏ, ਜਿਹ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਰੰਭਤਾ ਵਿੱਚ ਕਹਿੰਦੇ ਨੇ, ਜਿਹੜੀ ਸੰਸਾਰ ਵਿੱਚ ਵਿਚਰਦਿਆਂ ਜੀਵ ਤੇਰੇ ਅੰਦਰ ਮੈਂ ਆਣੀ, ਮਾਣ ਆਣਾ, ਹੰਕਾਰ ਹਾਣਾ, ਇਸ ਅਹੰਕਾਰ ਨੂੰ ਤੈਂ ਤਿਆਗਣਾ ਹੈ। ਇਹਨੂੰ ਤਿਆਗ ਦੇ।
ਜਿਹੜਾ ਪਰਮੇਸ਼ਰ ਦਾ ਨਾਮ ਹੈ ਰਮੰਤੀ ਰਾਮ, ਜਿਹੜਾ ਵਾਹਿਗੁਰੂ ਸਾਰੀਆਂ ਥਾਵਾਂ 'ਤੇ ਰਮਿਆ ਹੋਇਆ ਹੈ, ਉਸ ਰਮੰਤੀ ਰਾਮ ਦੇ ਨਾਮ ਨੂੰ ਤੂੰ ਆਪਣੇ ਉਰਮੈ ਗਹਿਓ, ਉਰ ਦਾ ਅਰਥ ਹੈ ਹਿਰਦਾ, ਗਹਿਓ ਦਾ ਅਰਥ ਹੈ ਪਕੜਨਾ। ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ ਕਿ ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇਸੇ ਪ੍ਰਕਾਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਇਹ ਸ਼ਬਦ ਵਰਤਿਆ ਗਹਿਓ। ਗਹਿਓ ਦਾ ਅਰਥ ਹੈ ਪਕੜਨਾ, ਕਿ ਇਹ ਜੀਵ ਬਾਕੀ ਸਭ ਕੁਝ ਤਿਆਗ ਦੇ, ਆਪਣੇ ਜੀਵਨ ਕਾਲ ਦੇ ਵਿੱਚ ਵਸਤੂ ਇੱਕ ਗੱਲ ਚੇਤੇ ਰੱਖ ਕੇ ਪਰਮੇਸ਼ਰ ਦਾ ਨਾਮ ਜਪਣਾ ਹੈ। ਨਾਮ ਜਪ ਕੇ ਹੀ ਪਾਰ ਉਤਾਰਾ ਹੋਣਾ ਹੈ। ਹੁਣ ਦੇਖੋ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਬਹੁਤ ਸਾਰੇ ਸ਼ਬਦ, ਜਿੱਥੇ ਸਤਿਗੁਰੂ ਬਰਾਗ ਦੀ, ਜਦੋਂ ਆਪਾਂ ਤਿਆਗ ਦੀ ਗੱਲ ਕਰੀਏ, ਐਡੇ ਵੱਡੇ ਪਾਤਸ਼ਾਹ ਜੀ ਤਿਆਗੀ, ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਸਾਹਿਬਜ਼ਾਦੇ ਦਾ ਘਰ ਵਿੱਚ ਪ੍ਰਕਾਸ਼ ਹੁੰਦਾ ਹੈ ਤੇ ਆਪ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਢਾਕੇ ਅਸਾਮ ਦੀ ਧਰਤੀ 'ਤੇ ਬੈਠੇ ਹੋਏ ਨੇ। ਅਤੇ ਜਦੋਂ ਸਾਡੇ ਘਰ ਦੇ ਵਿੱਚ ਨਵੇਂ ਜੀ ਨਾ ਆਉਣਾ ਹੋਵੇ ਨਾ, ਅਤੇ ਆਪਾਂ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਹਾਂ, ਪਰਿਵਾਰ ਦੇ ਕੋਲ ਰਹਿੰਦੇ ਆ ਕਿ ਤਾਂ ਕਿ ਲੋੜ ਪੈਣ 'ਤੇ ਅਸੀਂ ਆਪਣੇ ਜਿਹੜਾ ਬੱਚਾ ਘਰ ਵਿੱਚ ਆਉਣਾ, ਚਾਹੇ ਲੜਕਾ ਆਵੇ ਲੜਕੀ ਆਵੇ, ਉਸ ਬੱਚੇ ਨੂੰ ਆਪਾਂ ਜੀ ਆਇਆਂ ਆਖ ਸਕੀਏ, ਉਸ ਬੱਚੇ ਦਾ ਮੁੱਖ ਦੇਖ ਸਕੀਏ। ਪਰ ਦੇਖੋ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਤਿਆਗ ਦੀ ਮੂਰਤ, ਜਿਹੜੇ ਸਤਿਗੁਰੂ ਜੀ ਜਦੋਂ ਖਬਰ ਢਾਕੇ ਪਹੁੰਚ ਗਈ ਪਾਤਸ਼ਾਹ ਨੂੰ ਕਿ ਤੁਹਾਡੇ ਘਰ ਵਿਖੇ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋ ਚੁੱਕਾ ਹੈ, ਅਤੇ ਸਤਿਗੁਰੂ ਮਹਾਰਾਜ ਨੇ ਉੱਥੋਂ ਨਾਮ ਰੱਖਿਆ ਗੋਬਿੰਦ ਰਾਏ, ਅਤੇ ਪਾਤਸ਼ਾਹ ਮਹਾਰਾਜ ਅੱਗੇ ਚਾਲੇ ਪਾ ਦਿੱਤੇ। ਇਤਿਹਾਸ ਇਹ ਦੱਸਦਾ ਹੈ ਕਿ ਜੀਵਨ ਕਾਲ ਦੇ 5-6 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਟਨੇ ਦੀ ਧਰਤੀ 'ਤੇ ਬਤੀਤ ਕੀਤੇ ਨੇ, ਅਤੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜਦੋਂ ਪਟਨੇ ਦੀ ਧਰਤੀ 'ਤੇ ਪਹੁੰਚੇ ਨੇ ਨਾ, ਅਤੇ ਉਦੋਂ ਬਾਲ ਗੋਬਿੰਦ ਰਾਏ ਜੀ ਉਮਰ ਵਿੱਚ ਵੱਡੇ ਹੋ ਚੁੱਕੇ ਸਨ। ਅਜੋਕੇ ਸਮੇਂ ਦੀ ਆਪਾਂ ਗੱਲ ਕਰੀਏ, ਘਰ ਵਿੱਚ ਬੱਚਾ ਹੋਇਆ, ਆਪਾਂ ਵਿਦੇਸ਼ ਵਿੱਚ ਬੈਠੇ ਹਾਂ, ਨਹੀਂ ਆ ਸਕਦੇ ਹਾਂ, ਇੰਟਰਨੈਟ ਦਾ ਜ਼ਮਾਨਾ ਹੈ, ਵੀਡੀਓ ਕਾਲ ਕਰਾਂਗੇ ਅਤੇ ਬੱਚੇ ਦਾ ਆਪਾਂ ਮੁੱਖ ਦੇਖ ਲਵਾਂਗੇ। ਜੋ ਬੱਚੇ ਨੇ ਬਚਪਨ ਵਿੱਚ ਹਰਕਤਾਂ, ਗੋਡਿਆਂ ਦੇ ਭਾਰ ਉੜਿਆ, ਹੌਲੀ ਹੌਲੀ ਫਿਰ ਵੱਡਾ ਹੋਇਆ, ਉਹ ਸਭ ਕੁਝ ਆਪਾਂ ਦੇਖ ਸਕਦੇ ਹਾਂ। ਸਾਧਨ ਨਹੀਂ ਅੱਜ ਸਾਡੇ ਕੋਲ, ਪਰ ਉਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਮੇਂ ਕੋਈ ਸਾਧਨ ਨਹੀਂ ਸੀ। ਸਤਿਗੁਰੂ ਮਹਾਰਾਜ ਦਾ ਦੱਸਿਆ ਕਿ ਇੰਨਾ ਤਿਆਗ ਕੇ ਜੋ ਦਾਤ ਮਿਲੀ ਹੈ, ਘਰ ਵਿੱਚ ਦਾਤ ਆਈ ਹੈ, ਇਹ ਦਾਤ ਉਸ ਅਕਾਲ ਪੁਰਖ ਦੀ ਹੈ। ਜੇ ਸਤਿਗੁਰੂ ਨੇ ਬਾਣੀ ਦੇ ਵਿੱਚ ਇਹ ਆਖਣਾ ਕੀਤਾ ਨਾ ਕਿ ਜੋ ਕੁਝ ਵੀ ਹੈ ਸੰਸਾਰ 'ਚ ਫਾਨੀ ਹੈ, ਪਕੜ ਮਜ਼ਬੂਤ ਨਹੀਂ ਪਾਤਸ਼ਾਹ ਨੇ ਕੀਤੀ ਹੈ, ਪਰਮਾਤਮਾ ਦੇ ਨਾਮ ਦੀ ਪਕੜ ਮਜ਼ਬੂਤ ਕੀਤੀ ਹੈ। ਬਾਕੀ ਸਾਰੀ ਪਦਾਰਥਵਾਦੀ ਜਿਹੜੀ ਸੋਚ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਤਿਆਗੀ ਹੋਈ ਸੀ। ਫਿਰ ਜਦੋਂ ਸਤਿਗੁਰੂ ਮਹਾਰਾਜ ਪਟਨੇ ਦੀ ਧਰਤੀ ਤੋਂ ਗੁਰੂ ਪਟਨੇ ਸਾਹਿਬ ਪਹੁੰਚਦੇ ਨੇ, ਉਦੋਂ ਸਾਹਿਬਜ਼ਾਦੇ ਨੂੰ ਪਹਿਲੀ ਵਾਰੀ ਦੇਖਦੇ ਨੇ। ਇਤਿਹਾਸਕਾਰ ਦੱਸਦੇ ਨੇ ਕਿ 3 ਮਹੀਨੇ ਸਤਿਗੁਰੂ ਜੀ ਪਟਨਾ ਸਾਹਿਬ ਦੀ ਧਰਤੀ 'ਤੇ ਰਹੇ ਸਨ, ਅਤੇ ਉੱਥੋਂ ਫਿਰ ਸਤਿਗੁਰੂ ਜੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਵਾਪਸ ਆਏ ਸੀ। ਆਪਾਂ ਕਹਿ ਦਈਏ ਕਿ ਤਕਰੀਬਨ 1670 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚ ਚੁੱਕੇ ਨੇ, ਅਤੇ ਅਨੰਦਪੁਰ ਸਾਹਿਬ ਦਾ ਜੋ ਨਗਰ ਵਸਾਇਆ ਹੋਇਆ ਪਾਤਸ਼ਾਹ ਜੀ ਨੇ, ਉਸ ਨਗਰ ਨੂੰ ਸਤਿਗੁਰੂ ਚੰਗੀ ਤਰ੍ਹਾਂ ਦੇਖ ਰੇਖ ਵਿੱਚ ਦੇਖਣਾ ਕੀਤਾ ਕਿ ਕੋਈ ਘਾਟ ਹੋਵੇ, ਜਾਂ ਉਸ ਸਮੇਂ ਜਿਹੜੇ ਜਰਵਾਣੇ ਸਨ, ਔਰੰਗਜ਼ੇਬ ਬਾਦਸ਼ਾਹ ਜਿਹੜਾ ਆਪਣੀ ਸ਼ਰ੍ਹਾ ਵਿੱਚ ਬੜਾ ਹੀ ਕੱਟੜ ਸੀ, ਜਿਹੜਾ ਜਬਰੀ ਮੁਸਲਮਾਨ ਬਣਾ ਰਿਹਾ ਸੀ, ਹਿੰਦੂਆਂ ਦੇ ਮੰਦਰ ਢਾਏ ਜਾ ਰਹੇ ਸਨ। ਇੱਥੋਂ ਤੱਕ ਕਈ ਗੁਰਧਾਮ ਜਿਹੜੇ ਗੁਰੂ ਨਾਨਕ ਪਾਤਸ਼ਾਹ ਚਰਨ ਛੋਹ ਪ੍ਰਾਪਤ ਸੀ, ਜਾਂ ਵੱਡੇ ਸਤਿਗੁਰਾਂ ਦੀ ਚਰਨ ਛੋਹ ਪ੍ਰਾਪਤ ਸੀ, ਉਹਨਾਂ ਗੁਰਦੁਆਰਿਆਂ ਦਾ ਵੀ ਇਹਨਾਂ ਨੁਕਸਾਨ ਕਰਨਾ ਕੀਤਾ ਸੀ। ਸਤਿਗੁਰੂ ਜੀ ਨੇ ਸਮੇਂ ਦੀ ਨਜਾਕਤ ਨੂੰ ਸਮਝਦਿਆਂ ਹੋਇਆਂ
ਆਪ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਾਤਸ਼ਾਹ ਨੇ ਡੇਰੇ ਲਾਣਾ ਕੀਤੇ ਅਤੇ ਅਨੰਦਪੁਰ ਸਾਹਿਬ ਦੇ ਵਿੱਚ ਤਕਰੀਬਨ ਜੀਵਨ ਕਾਲ ਦੇ ਅਖੀਰਲੇ ਜਿਹੜੇ 5 ਸਾਲ ਨੇ, ਕਿਉਂਕਿ 1670 ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਦੇ ਨੇ ਅਤੇ 1675 ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਿੱਲੀ ਚਾਂਦਨੀ ਚੌਂਕ ਵਿਖੇ ਸ਼ਹਾਦਤ ਦਾ ਜਾਮ ਪੀਂਦੇ ਹਨ। ਇਹ ਅਖੀਰਲੇ ਜਿਹੜੇ 5 ਸਾਲ ਨੇ ਇਹ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਤੀਤ ਕੀਤੇ ਨੇ। ਹਾਲੇ ਬਾਲ ਗੋਬਿੰਦ ਰਾਏ ਜੀ ਜੋ ਪਟਨਾ ਸਾਹਿਬ ਦੀ ਧਰਤੀ 'ਤੇ ਹਨ, ਮਾਤਾ ਜੀ ਪਟਨਾ ਸਾਹਿਬ ਧਰਤੀ, ਸਾਰਾ ਪਰਿਵਾਰ ਹੀ ਉੱਥੇ ਹੀ ਹੈ। ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜਦੋਂ ਬਾਣੀ ਪੜ੍ਹਦੇ ਆ ਦੇ ਜੇ ਜਿੱਥੇ ਸਤਿਗੁਰ ਨੇ ਤਿਆਗ ਦੀ ਗੱਲ ਕੀਤੀ ਹੈ, ਐਡੇ ਵੱਡੇ ਤਿਆਗੀ ਸਨ ਕਿ ਜਦੋਂ ਸਮਾਂ ਆਇਆ, ਅਵਸਰ ਆਇਆ ਅਤੇ ਪਰਾਏ ਦੇ ਧਰਮ ਵਾਸਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣੇ ਸੀਸ ਦੀ ਕੁਰਬਾਨੀ ਦੇਣਾ ਕੀਤੀ। ਬਿਲਕੁਲ ਵੀ ਇਹ ਮਨ ਵਿੱਚ ਨਹੀਂ ਰੱਖਣਾ ਕੀਤਾ ਕਿ ਕਿਉਂਕਿ ਹਰ ਇੱਕ ਜੀਵ ਨੂੰ ਆਪਣੀ ਜਿੰਦ ਜਾਨ ਪਿਆਰੀ ਹੁੰਦੀ ਹੈ। ਜਦੋਂ ਕਿਸੇ ਆਪਣੇ ਦੇ ਉੱਤੇ ਬਿਪਤਾ ਆਵੇ, ਦੁੱਖ ਦੀ ਘੜੀ ਆਵੇ ਅਤੇ ਆਪਣੇ ਦੀ ਮਦਦ ਕਰਨ ਦੇ ਲਈ ਹਰ ਇੱਕ ਤਿਆਰ ਹੋ ਜਾਂਦਾ ਹੈ ਕਿ ਇਹ ਮੇਰੇ ਆਪਣੇ ਨੇ, ਮੈਂ ਆਪਣੇ ਲਈ ਆਪਣਾ ਸਭ ਕੁਝ ਕੁਰਬਾਨ ਕਰਦੇ ਹਾਂ। ਪਰ ਪਰਾਏ ਦੇ ਲਈ ਆਪਣੀ ਜਾਨ ਵਾਰਨੀ, ਪਰਾਏ ਲਈ ਕੁਰਬਾਨੀ ਦੇਣੀ, ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਜੀਵਨ ਤੋਂ ਗੁਰੂ ਸਾਹਿਬ ਸਾਨੂੰ ਪ੍ਰਾਪਤ ਹੁੰਦੀ ਹੈ। ਜਦੋਂ 6ਵੇਂ ਪਾਤਸ਼ਾਹ ਮਹਾਰਾਜ ਨੂੰ ਇਹ ਖਬਰ ਪਹੁੰਚੀ ਸੀ ਨਾ, ਪ੍ਰਕਾਸ਼ ਵੇਲੇ ਪਾਤਸ਼ਾਹ ਦੇ, ਕਿ ਸਤਿਗੁਰੂ 6ਵੇਂ ਪਾਤਸ਼ਾਹ ਮਹਾਰਾਜ ਨੇ ਸਭ ਤੋਂ ਪਹਿਲਾਂ ਸਾਹਿਬਜ਼ਾਦੇ ਨੂੰ ਸਜਦਾ ਕੀਤਾ ਸੀ। ਗੁਰੂ ਤੇਗ ਬਹਾਦਰ ਸਾਹਿਬ ਨੂੰ ਸਜਦਾ ਕੀਤਾ ਸੀ ਅਤੇ ਉਦੋਂ ਫਿਰ ਜਦੋਂ ਸਜਦਾ ਕੀਤਾ ਅਤੇ ਕੋਲ ਬਾਬਾ ਬਿਧੀ ਚੰਦ, ਬਾਬਾ ਬੁੱਢਾ ਸਾਹਿਬ ਜੀ ਹੋਰ ਸਿੱਖ ਸੀ ਅਤੇ ਬਾਬਾ ਬਿਧੀ ਚੰਦ ਨੇ ਸਵਾਲ ਕਰਤਾ, ਕਹਿਣ ਲੱਗੇ ਪਾਤਸ਼ਾਹ ਜੀ ਆਪ ਜੀ ਦੇ ਹੋਰ ਸਾਹਿਬਜ਼ਾਦੇ ਹਨ, ਬਾਬਾ ਗੁਰਦਿੱਤਾ ਜੀ ਹਨ, ਅਣੀ ਰਾਏ ਜੀ ਹਨ, ਸੂਰਜਮਲ ਜੀ ਹਨ, ਬਾਬਾ ਅਟਲ ਰਾਏ ਜੀ ਹਨ, ਪੁੱਤਰੀ ਬੀਬੀ ਬੀਰੋ ਜੀ ਹਨ। ਪਰ ਜਦੋਂ ਸਤਿਗੁਰੂ ਜੀ ਦੇਖਦੇ ਆ ਆਪ ਜੀ ਆਪਣੇ ਸਾਹਿਬਜ਼ਾਦੇ ਨੂੰ, ਛੋਟੇ ਸਾਹਿਬਜ਼ਾਦੇ ਪਹਿਲੀ ਵਾਰੀ ਦੀਦਾਰ ਕੀਤੇ ਅਤੇ ਆਪ ਜੀ ਨੇ ਸਜਦਾ ਨਮਸਕਾਰ ਕੀਤੀ ਹੈ, ਕਾਰਨ ਕੀ ਅਸੀਂ ਝੁਕਾਇਆ ਏ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਕੀਤੇ ਸੀ ਕਿ ਇਹ ਬੱਚਾ ਆਉਣ ਵਾਲੇ ਸਮੇਂ 'ਚ ਇਹੋ ਜਿਹੇ ਕਾਰਨਾਮੇ ਕਰੇਗਾ ਕਿ ਰਹਿੰਦੀ ਦੁਨੀਆ ਤੱਕ ਲੋਕ ਯਾਦ ਕਰਨਗੇ। ਕਿਉਂਕਿ ਸਤਿਗੁਰੂ ਨੂੰ ਆਉਣ ਵਾਲੇ ਸਮੇਂ ਬਾਰੇ ਪਤਾ ਸੀ ਕਿ ਆਉਣ ਵਾਲੇ ਸਮੇਂ 'ਚ ਇਹ ਘਟਨਾਵਾਂ ਵਾਪਰਨੀਆਂ ਨੇ। ਇਸ ਤਰ੍ਹਾਂ ਸਤਿਗੁਰੂ ਨੇ ਆਪਣੇ ਸਰੀਰ ਦੀ ਕੁਰਬਾਨੀ ਦੇਣੀ ਹੈ। ਅਤੇ ਗੁਰੂ ਸਵਾਰਿਓ, ਐਡੇ ਵੱਡੇ ਤਿਆਗੀ, ਜੇ ਬਰਾਗ ਦੀ ਗੱਲ ਕਰੀਏ, ਬਰਾਗ ਦੇ ਵਿੱਚ ਆ ਕੇ ਪਾਤਸ਼ਾਹ ਜੀ ਬਾਣੀ ਉਚਾਰਨ ਕਰਦੇ ਨੇ। ਸਤਿਗੁਰਾਂ ਦੀ ਬਾਣੀ ਵਿੱਚੋਂ ਸਾਨੂੰ ਬਰਾਗ ਵੀ ਪ੍ਰਾਪਤ ਹੁੰਦਾ ਹੈ। ਜਦੋਂ ਪਾਤਸ਼ਾਹ ਕਹਿੰਦੇ ਨੇ ਰਾਮ ਸਿਮਰ ਇਹ ਤੇਰਾ ਕਾਜ ਹੈ, ਮਾਇਆ ਕੋ ਸੰਗ ਤਿਆਗ, ਪ੍ਰਭ ਜੂ ਕੀ ਸਰਣ ਲਾਗ, ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿੰਦੇ ਐ ਜੀਵ ਤੇਰੇ ਜੀਵਨ ਦਾ ਇਹੀ ਮੁੱਖ ਕਾਰਜ ਹੈ, ਤੂੰ ਉਸ ਰਮੰਤੀ ਰਾਮ ਦਾ ਸਿਮਰਨ ਕਰਨਾ ਕਰ, ਬੰਦਗੀ ਕਰਨਾ ਕਰ। ਜਿਸ ਵਕਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਨੇ, ਸਤਿਗੁਰਾਂ ਕੋਲ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਚੱਲ ਕੇ ਆਉਂਦੀਆਂ, ਸਤਿਗੁਰ ਨੂੰ ਸਜਦਾ ਕਰਦੀਆਂ, ਜੋ ਮਨ ਦੀਆਂ ਭਾਵਨਾ ਨੇ, ਮਨੋਰਥ ਹੁੰਦੇ ਨੇ, ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਨ ਅਤੇ ਸਤਿਗੁਰੂ ਭਾਵਨਾ ਪੂਰੀਆਂ ਕਰ ਰਹੇ ਹਨ। ਕਹਿੰਦੇ ਨੇ ਇਸੇ ਤਰ੍ਹਾਂ ਹੀ ਪੀਰ ਮੀਆਂ ਮੀਰ ਜੀ ਜਿਹੜੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬੜੇ ਨਿਕਟ ਵਰਤੀ ਸੀ, ਸਤਿਗੁਰੂ ਜੀ ਨਾਲ ਅਥਾਹ ਪ੍ਰੇਮ ਸੀ। ਪੀਰ ਮੀਆਂ ਮੀਰ ਜੀ ਤਾਂ ਆਪਣੇ ਸਰੀਰ ਨੂੰ ਤਿਆਗ ਚੁੱਕੇ ਨੇ ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬਚਪਨ ਦੇ ਵਿੱਚ ਪੀਰ ਮੀਆਂ ਮੀਰ ਜੀ ਦੀ ਸੰਗਤ ਕੀਤੀ ਹੈ। ਕਈ ਵਾਰੀ ਦਰਸ਼ਨ ਦੀਦਾਰੇ ਹੋਏ ਨੇ ਅਤੇ ਅੱਜ ਉਸ ਪੀਰ ਮੀਆਂ ਮੀਰ ਜੀ ਦਾ ਵੱਡਾ ਚੇਲਾ ਸੀ ਜਿਹਦਾ ਨਾਮ ਹੈ ਮੀਰ ਸ਼ਾਹ। ਉਹ ਮੀਰ ਸ਼ਾਹ ਆਪਣੇ ਚੇਲੇ ਪਾਲਕਿਆਂ ਨਾਲ, ਸੇਵਕਾਂ ਦੇ ਨਾਲ
ਆਨੰਦਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬੜਾ ਮਾਣ ਸਨਮਾਨ ਕਰਨਾ ਕੀਤਾ, ਜੀ ਆਇਆਂ ਆਖਿਆ। ਕਹਿੰਦੇ ਨੇ ਸਤਿਗੁਰਾਂ ਦੇ ਕੋਲ ਬੈਠ ਗਏ। ਜਦੋਂ ਕੋਲ ਬੈਠੇ ਨੇ, ਸੰਗਤਾਂ ਨੇ ਨਮਸਕਾਰ ਕੀਤੀ, ਦਰਸ਼ਨ ਦੀਦਾਰੇ ਕਰਕੇ ਸੰਗਤਾਂ ਆਪਣੇ ਆਪਣੇ ਆਸਣਾਂ 'ਤੇ ਜਾ ਕੇ ਬੈਠੀਆਂ। ਅਤੇ ਫਿਰ ਮੀਰ ਸ਼ਾਹ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਕੁਝ ਕੁ ਸਵਾਲ ਕੀਤੇ ਅਤੇ ਪਾਤਸ਼ਾਹ ਜੀ ਉਹਨਾਂ ਦੇ ਸਵਾਲਾਂ ਦਾ ਉੱਤਰ ਦੇ ਰਹੇ ਨੇ। ਪਹਿਲਾ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ ਜੀ, ਜਦੋਂ ਖੁਦਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ, ਪਾਪ ਹੁੰਦੇ ਨੇ ਜੀਵਨ ਕਾਲ ਵਿੱਚ, ਅਤੇ ਪਾਪਾਂ ਤੋਂ ਹਿਰਦਾ ਡਰਦਾ, ਮਨ ਡਰਦਾ, ਅਰਦਾਸ ਬੇਨਤੀ ਕਰਦੇ ਹਾਂ ਪਰ ਸਤਿਗੁਰੂ ਫਿਰ ਵੀ ਡਰ ਸਤਾਉਂਦਾ ਰਹਿੰਦਾ ਹੈ। ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਪਾਪਾਂ ਤੋਂ ਬਚਾ ਕੇ ਰੱਖਣਾ, ਅਰਦਾਸ ਹੋ ਗਈ, ਦੁਆ ਹੋ ਗਈ, ਅਤੇ ਡਰ ਫਿਰ ਵੀ ਰਹਿੰਦਾ ਸਤਿਗੁਰੂ, ਕਾਰਨ ਕੀ ਹੈ? ਅਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ, ਕਹਿਣ ਲੱਗੇ, ਜਦੋਂ ਦਿਲ ਦੇ ਰਾਹੀਂ ਆਪਾਂ ਅਰਦਾਸ ਬੇਨਤੀ ਕਰੀਏ ਕਦੇ ਫਿਰ ਡਰ ਨਹੀਂ ਰਹਿੰਦਾ ਹੈ। ਪਾਤਸ਼ਾਹ ਕਹਿਣ ਲੱਗੇ, ਜਦੋਂ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਗਈ ਕਿ ਸੱਚੇ ਪਾਤਸ਼ਾਹ ਹਮ ਪਾਪੀ ਤੁਮ ਬਖਸ਼ਣਹਾਰ, ਅਸੀਂ ਖੱਤੇ ਬਹੁਤ ਕਮਾਮਦੇ, ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹਮ ਪਾਪੀ ਵੱਡ ਗੁਨਹਗਾਰ। ਜਦੋਂ ਇਸ ਤਰ੍ਹਾਂ ਬੇਨਤੀ ਕੀਤੀ, ਕਹਿੰਦੇ ਫਿਰ ਆਪ ਇਹ ਵਿਸ਼ਵਾਸ ਹੋਣਾ ਚਾਹੀਦਾ ਕਿ ਮੈਂ ਗੁਰੂ ਦੇ ਚਰਨਾਂ 'ਚ ਬੇਨਤੀ ਕਰ ਰਿਹਾ, ਖੁਦਾ ਦੇ ਚਰਨਾਂ 'ਚ ਬੇਨਤੀ ਕਰ ਰਿਹਾ ਹਾਂ, ਮੇਰਾ ਖੁਦਾ ਮੇਰੇ ਪਿਛਲੇ ਕੀਤੇ ਹੋਏ ਪਾਪਾਂ ਨੂੰ ਜ਼ਰੂਰ ਬਖਸ਼ ਦੇਵੇਗਾ। ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਪਾਤਸ਼ਾਹ ਕਹਿੰਦੇ ਨੇ, ਅਸੀਂ ਸਤਿਗੁਰੂ ਕਹਿੰਦੇ ਨੇ, ਜਿਹੜੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੈ। ਅਤੇ ਸਤਿਗੁਰੂ ਜੀ ਫਿਰ ਪਿਛਲੇ ਕੀਤੇ ਗੁਨਾਹਾਂ ਨੂੰ ਬਖਸ਼ ਦਿੰਦੇ ਨੇ। ਇਸੇ ਪ੍ਰਕਾਰ ਹੀ ਸਤਿਗੁਰੂ ਮਹਾਰਾਜ ਦਾ ਫਰਮਾਨ ਹੈ, ਕਹਿੰਦੇ ਬੇਨਤੀ ਕਰਨ ਦਾ ਤਰੀਕਾ ਪਾਤਸ਼ਾਹ ਦੱਸਦੇ ਨੇ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ, ਜੀੜਾ ਅਗਨ ਬਰਾਬਰ ਤਪੈ, ਭੀਤਰ ਬਗੈ ਕਾਤੀ, ਪ੍ਰਣਬਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਇਹ ਬੇਨਤੀ ਕਰਨ ਦੇ ਸਤਿਗੁਰੂ ਸਾਨੂੰ ਤਰੀਕੇ ਦੱਸੇ ਨੇ। ਅਤੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਦੋਂ ਆਪਾਂ ਦਿਲ ਕਰਕੇ ਅਰਦਾਸ ਬੇਨਤੀ ਕਰੀਏ ਖੁਦਾ ਦੇ ਚਰਨਾਂ 'ਚ ਕਿ ਖੁਦਾ ਸਾਡੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼ਣਾ ਕਰ, ਕਹਿੰਦੇ ਫਿਰ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਖੁਦਾ ਉੱਤੇ। ਦਿਲ ਨਾਲ ਕੀਤੀ ਹੋਈ ਬੇਨਤੀ, ਕਹਿੰਦੇ ਦਿਲ ਕਰਕੇ ਬੇਨਤੀ ਕਰਾਂਗੇ ਟਿਕਾ ਰਵੇਗਾ ਮਨ ਵਿੱਚ, ਹਿਰਦਾ ਕਹਿੰਦੇ ਅਸਲ ਵਿੱਚ ਵੱਡਾ ਕੋਈ ਗੁਨਾਹਗਾਰ ਹੋਵੇ, ਪਾਪੀ ਬੰਦਾ ਹੋਵੇ ਨਾ, ਜਦੋਂ ਉਹ ਧਰਮ ਦੇ ਰਾਹ 'ਤੇ ਚੱਲਦਾ, ਪਿਛਲੇ ਕੀਤੇ ਹੋਏ ਕਰਮਾਂ ਤੋਬਾ ਕਰ ਲੈਂਦਾ ਹੈ, ਅਤੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਫਿਰ ਉਦੋਂ ਜੀਵ ਦੇ ਸਰੀਰ ਨਹੀਂ ਬਦਲਦਾ ਹੈ। ਨੈਣ ਨਕਸ਼ ਉਹੀ ਹੁੰਦੇ, ਉਹੀ ਹੱਥ ਹੁੰਦੇ ਜਿਨ੍ਹਾਂ ਹੱਥਾਂ ਨਾਲ ਚੋਰੀ ਕੀਤੀ ਹੁੰਦੀ ਹੈ, ਜਿਨ੍ਹਾਂ ਹੱਥਾਂ ਨਾਲ ਠੱਗੀਆਂ ਕੀਤੀਆਂ ਜਾਂਦੀਆਂ, ਕਤਲ ਕੀਤੇ ਹੁੰਦੇ ਨੇ, ਹੱਥ ਉਹੀ ਹੁੰਦੇ, ਨੇਤਰ ਵੀ ਉਹੀ ਹੁੰਦੇ ਨੇ, ਮੁੱਖ ਵੀ ਉਹੀ ਹੁੰਦਾ ਹੈ, ਸਰੀਰ ਦਾ ਇਕੱਲਾ ਇਕੱਲਾ ਅੰਗ ਉਹੀ ਹੁੰਦਾ ਹੈ। ਪਰ ਹੁੰਦਾ ਕੀ ਹੈ, ਬਦਲਦਾ ਕੀ ਹੈ ਕਿ ਮਨੁੱਖ ਦੀ ਵਿਚਾਰਧਾਰਾ ਬਦਲ ਜਾਂਦੀ ਹੈ, ਮਨੁੱਖ ਦਾ ਅੰਦਰ ਬਦਲ ਜਾਂਦਾ ਹੈ। ਜਿਸ ਕਰਕੇ ਫਿਰ ਮਨੁੱਖ ਜਦੋਂ ਫਿਰ ਉਹਦੇ ਹਿਰਦੇ ਕਰਕੇ ਬੇਨਤੀ ਕਰਦਾ ਹੈ, ਹਿਆਉ ਕਰਕੇ ਬੇਨਤੀ ਕਰਦਾ, ਉਹ ਬੇਨਤੀ ਫਿਰ ਪ੍ਰਵਾਨ ਹੁੰਦੀ ਹੈ। ਅਤੇ ਪਾਤਸ਼ਾਹ ਕਹਿੰਦੇ ਜਦੋਂ ਆਪਾਂ ਦਿਲ ਕਰਕੇ ਕਬੂਲ ਕਰ ਲਵਾਂਗੇ ਕਿ ਅੱਜ ਤੋਂ ਬਾਅਦ ਕੋਈ ਮਾੜਾ ਕਰਮ ਨਹੀਂ ਕਰਨਾ, ਕੋਈ ਉਹ ਕੰਮ ਨਹੀਂ ਕਰਨਾ ਜਿਹੜੇ ਕੰਮ ਨੂੰ ਕਰਨ ਦੇ ਨਾਲ ਸਾਨੂੰ ਮਾਲਕ ਦੀ ਦਰਗਾਹ ਵਿਖੇ ਸ਼ਰਮਿੰਦਗੀ ਮਹਿਸੂਸ ਕਰਨੀ ਪਵੇ। ਜੋ ਦਿਲ ਕਰਕੇ ਬੇਨਤੀ ਕਰਾਂਗੇ, ਪਾਤਸ਼ਾਹ ਕਹਿੰਦੇ ਫਿਰ ਡਰ ਆਪਣੇ ਆਪ ਖਤਮ ਹੋ ਜਾਣਾ ਹੈ। ਅਤੇ ਇਹ ਪਹਿਲਾ ਸਵਾਲ ਕੀਤਾ। ਫਿਰ ਮੀਰ ਸ਼ਾਹ ਨੇ ਗੁਰੂ ਸਾਹਿਬ ਦੂਸਰਾ ਸਵਾਲ ਕੀਤਾ, ਕਹਿਣ ਲੱਗੇ ਪਾਤਸ਼ਾਹ ਜੀ
ठीक है, हिरदे करके बेनती करिए तो साडे मन विचों डर जिहड़ा है वो खत्म हो जाता है। सानू ये विश्वास होया। पर सतगुरु एक दूजा होर मेरा सवाल है, किरपा करके उस सवाल का भी मैनू उत्तर देना करो। मनुख नूं दुख क्यों आउंदे ने? मनुख दुखी क्यों है? हुण जेकर आप अपने दुख की गल करिए ना, मैं तो अपना दुख तुहानूं सुणावां, तुसीं अग्गों अपना दुख सुणा देना है। जिहड़ा भी मनुख है, मनुख हर एक मनुख नूं किसी न किसी पर, किसी नूं छोटा दुख है, किसी नूं वड्डा दुख है। हर एक मनुख नूं दुखां ने घेरिया होया है। ते सतगुरु ये दुख जिहड़े हन, दुख जीवन नूं क्यों आउंदे हन, कित्थों पैदा हुंदे ने? ते गुरु तेग बहादुर पातशाह महाराज ने अगों उत्तर देना कीता, कहण लगे कि दुख उदों पैदा हुंदे ने जदों जीव पदार्थवादी सोच वाला होण करके मन विच एक ख्वाहिश रखदा है, इच्छा रखदा है कि मैनू फलानी चीज़ प्राप्त हो जावे, फलानी चीज़ मैनू प्राप्त हो जावे। कहंदे वो इच्छा पूरी नहीं हुई, लोड़ पूरी नहीं हुई, तो फिर बंदा झूरदा कि मैं फलानी इच्छा रखी सी, मेरी पूरी नहीं हुई, जिस करके इत्थों फिर दुख शुरू हो गया। जे फिर इच्छा पूरी हो गई, अगे सतगुरु कहण लगे, जे इच्छा पूरी हो गई, इच्छा पूरी होने तो बाद फिर मनुख दे जदों वो दात मिल गई, फिर दात उत्ते इन्नी पकड़ मजबूत कर लैंदा है, ये सोचदा कि जिहड़ी दात मैनू मिली है ना, ये मेरे पासों द्वारा जावे ना किते। पर सतगुरु कहंदे संसार फानी है, जो संसार च पैदा होया उन्हें एक दिन खत्म होना। जो उपजो सो बिनस है, परो आज कै काल, नानक हर गुण गाए ले, छाड़ सगल जंजाल। जी अज दात मिली है तो कल नूं दातां जांदियां भी नहीं हन। पुत्तर धीआं वाले बने ने, कई बारी ऐसा हुंदा है कि मापे बैठे हुंदे ने, पुत्तर धीआं अखां दे सामने चले जाते हैं। वो तो दस्तूर बनिया ना कि बच्चे पैदा होए, अगों फिर माँ बाप बुढ़े हो गए, तो अगे माँ बाप जाते, बच्चे फिर अंतिम क्रिया करते हैं। तो कई बारी माँ बाप नूं अपने बच्चियां दी अंतिम क्रिया करनी पैंदी है, तो जीव फिर दुखी हुंदा है। सतगुरु कहण लगे, जदों इस तरह दात प्राप्त की, पकड़ मजबूत कर ली कि ये दात मेरी है, दा मालक मैं हाँ, तो गुरु तेग बहादुर साहब महाराज कहण लगे कि इत्थों फिर दुख विच होर ज़्यादा वाधा हुंदा है, दुख विच होर ज़्यादा वाधा हुंदा है। तसल्ली हो गई। फिर तीसरा सवाल कर लिया, कहण लगे पातशाह आप जी किरपा करके दसो। मीर शाह पुछदा है, तो पातशाह जी मजहब की है? आम तौर पर संसार दे विच बहुत सारे मजहब ने, धर्म ने, हिंदू हन, सिख हन, मुसलमान हन, तो इस तरह गुरु सवार जैनी, बोधी, इतिहादक जो पुरातन जिहड़े धर्म सी, उदों 4 धर्मां दा गिणती आ असल जिहड़ी पहले पुराने धर्म ने, जिन्हां विचों हिंदू, मुसलमान, सिख, ईसाई, बाकी जैनी, बोधी, इतिहादक जिन्ने भी ये बाद विच पैदा होए ने। ते इस तरह गुरु सवारियो धर्म के नां ते, मजहब के नां ते मनुख एक दूजे नाल झगड़ रहा है। पर जदों आपां गुरु नानक दे घर दा आपां इतिहास पढ़ते हैं, सतगुरु की बाणी पढ़ते हैं, तो बाणी पढ़ के सानू सिक्ख्या मिलती है। जे सतगुरु ने आखिया कि अवर अल्लाह नूर उपाया, कुदरत के सब बंदे, एक नूर ते सब जग उपजिया, कौन भले को मंदे, तो सतगुरु ने प्रैक्टिकल करके दसिया भी गुरु सवारे। साडा पावन केंद्रीय स्थान है गुरु पातशाह दा, गुरु रामदास नगरी, सचखंड श्री हरमंदर साहब। हरमंदर साहब दे 4 दरवाजे ने,
ਜਦੋਂ ਹਰਿਮੰਦਰ ਸਾਹਿਬ ਪ੍ਰਵੇਸ਼ ਹੁੰਦੇ ਆ, ਚਾਰੇ ਦਿਸ਼ਾਵਾਂ ਵਿੱਚ ਉੱਤਰ ਦੱਖਣ ਪੂਰਬ ਪੱਛਮ 4 ਦਰਵਾਜ਼ੇ ਨੇ, 4 ਮਜ਼ਹਬ ਨੇ, 4 ਵਰਨ ਹਨ, ਖੱਤਰੀ ਬ੍ਰਾਹਮਣ ਸੂਦ ਵੈਸ, ਤੇ 4 ਦਰਵਾਜ਼ੇ ਹਨ। ਪਰ ਜਦੋਂ ਹਰਿਮੰਦਰ ਸਾਹਿਬ ਦੇ ਅੰਦਰ ਆਪਾਂ ਪ੍ਰਵੇਸ਼ ਹੋਣਾ ਹੈ, ਪ੍ਰਵੇਸ਼ ਹੋਣ ਦੇ ਲਈ ਮਾਰਗ ਇੱਕ ਹੈ, ਇੱਕ ਪੁਲ ਬਣਿਆ ਹੋਇਆ ਹੈ। ਸਤਿਗੁਰੂ 2 ਪੁਲ ਵੀ ਬਣਾ ਸਕਦੇ ਸਨ, 3 ਵੀ, 4 ਹੀ, ਵੱਖਰੇ ਵੱਖਰੇ ਦਰਵਾਜ਼ੇ, ਵੱਖਰੇ ਵੱਖਰੇ ਪੁਲ ਬਣ ਸਕਦੇ। ਕਿਉਂ ਬਣਾਇਆ ਇੱਕ? ਬਹੁਤ ਵੱਡਾ ਕਾਰਨ ਹੈ। ਤੇ ਪਾਤਸ਼ਾਹ ਨੇ ਸਮਝਾਇਆ ਏ ਕਿ ਇਹ ਜੀਵ ਜਿਹੜਾ ਹਰਿਮੰਦਰ ਬਾਹਰ ਬਣਿਆ ਹੋਇਆ ਨਾ, ਜਿਹਨੂੰ ਆਪਾਂ ਆਪਣਾ ਹਿਰਦਾ ਮੰਨਦੇ ਹਾਂ, ਸਭ ਕੁਝ ਮੰਨਦੇ ਹਾਂ, ਸਾਡਾ ਕੇਂਦਰੀ ਸਥਾਨ ਹੈ, ਕਹਿੰਦੇ ਇਹੀ ਹਰਿਮੰਦਰ ਤੇਰੇ ਅੰਦਰ ਬਣਿਆ ਹੋਇਆ ਹੈ। ਧਰਮ ਦੇ ਨਾਂ 'ਤੇ, ਪਰਮੇਸ਼ਰ ਦੇ ਨਾਂ 'ਤੇ ਵੱਖਰਾ ਵੱਖਰਾ ਨਾਮ ਲੈ ਕੇ ਜੀਵ ਇੱਕ ਦੂਜੇ ਨਾਲ ਝਗੜਾ ਕਰਦੇ ਫਿਰਦੇ ਨੇ, ਰਸਤੇ ਵੱਖਰੇ ਵੱਖਰੇ ਚੁਣ ਲਏ ਨੇ। ਪਰ ਜਦੋਂ ਉਸ ਮਾਲਕ ਨਾਲ, ਉਸ ਖੁਦਾ ਨਾਲ ਇੱਕਮਿਕ ਹੋਣਾ ਹੈ, ਸਤਿਗੁਰੂ ਕਹਿਣ ਲੱਗੇ ਉਦੋਂ ਜਾਣ ਲਈ ਇੱਕ ਹੀ ਰਾਹ ਹੈ, ਉਹ ਹੈ ਮਾਲਕ ਦੀ ਸਿਫਤ ਸਲਾਹ ਰਾਹੀਂ, ਵਡਿਆਈ ਰਾਹੀਂ ਹੀ ਉਸ ਰਾਹ 'ਤੇ ਚੱਲਿਆ ਜਾ ਸਕਦਾ ਹੈ। ਜਦੋਂ ਇੱਕ ਰਾਹ ਦੇ ਉੱਤੇ ਆਪਾਂ ਸਵਾਰ ਹੋ ਗਏ ਤੇ ਗੁਰੂ ਸਵਾਰੇ, ਉਦੋਂ ਪਰਿਪੂਰਨ ਪਰਮੇਸ਼ਰ ਵਿੱਚ ਆਪਾਂ ਲੀਨ ਹੋ ਜਾਵਾਂਗੇ, ਉਸ ਮਾਲਕ ਨੂੰ, ਹਰੀ ਨੂੰ ਪ੍ਰਾਪਤ ਕਰ ਲਵਾਂਗੇ। ਸੋ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸਵਾਲ ਕੀਤਾ, ਕਹਿਣ ਲੱਗੇ ਪਾਤਸ਼ਾਹ ਮਜ਼ਹਬ ਕੀ ਹੈ? ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉੱਤਰ ਦੇਣਾ ਕੀਤਾ, ਕਹਿਣ ਲੱਗੇ ਮਜ਼ਹਬ ਉਹ ਹੈ ਜਿਸ ਦੇ ਰਾਹੀਂ ਉਸ ਖੁਦਾ ਨੂੰ ਮਿਲਿਆ ਜਾ ਸਕੇ। ਉਹ ਰਸਤਾ ਹੈ ਜਿਸ ਰਸਤੇ 'ਤੇ ਚੱਲ ਕੇ ਉਸ ਮਾਲਕ ਨਾਲ ਇੱਕਮਿਕ ਹੋ ਸਕੀਏ। ਜਿਵੇਂ ਸਤਿਗੁਰੂ ਕਹਿੰਦੇ ਨੇ, ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸੱਚ ਦੇ ਪਾਂਧੀ ਬਣਾਂਗੇ, ਸੱਚ ਉੱਤੇ ਸਵਾਰ ਹੋਵਾਂਗੇ, ਤੇ ਕਹਿੰਦੇ ਫਿਰ ਆਪਣੇ ਉਸ ਮਾਲਕ ਨਾਲ ਇੱਕਮਿਕ ਹੋ ਜਾਵਾਂਗੇ। ਪਰ ਮਾਫ਼ ਕਰਨਾ ਗੁਰੂ ਸਵਾਰਿਓ, ਬਹੁਤ ਅਦਾਰ ਵਿੱਚ, ਚਾਹੇ ਉਹ ਸਿੱਖ ਹੈ, ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਨੇ, ਚਾਹੇ ਈਸਾਈ ਨੇ, ਕੋਈ ਵੀ ਧਰਮ ਜਿਹਦਾ ਧਾਰਨ ਕੀਤਾ ਹੋਇਆ ਹੈ, ਜਿੱਥੇ ਬਹੁਤ ਅਦਾਰ ਦੇ ਵਿੱਚ ਉਹੋ ਜਿਹੇ ਗੁਰਮੁਖ ਪਿਆਰੇ ਵੀ ਹਨ ਜਿਹੜੇ ਨਾਮ ਬਾਣੀ ਦਾ ਅਭਿਆਸ ਕਰਦੇ ਨੇ, ਉੱਥੇ ਸ਼ਰ੍ਹਾ ਦੇ ਨਾਂ 'ਤੇ ਗੁਰੂ ਸਾਹਿਬ ਵੰਡੀਆਂ ਪਾਉਣ ਵਾਲੇ ਲੋਕ ਵੀ ਹਨ ਜਿਹੜੇ ਇੱਕ ਦੂਜੇ ਨੂੰ ਲੜਾਉਂਦੇ ਹਨ, ਝਗੜਾਉਂਦੇ ਹਨ। ਅਸਲ ਵਿੱਚ ਜਦੋਂ ਸਤਿਗੁਰੂ ਮਹਾਰਾਜ ਸੰਸਾਰ ਵਿੱਚ ਆਏ ਨੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਪ੍ਰੇਮ ਦਾ ਪੈਗਾਮ ਵੰਡਣਾ ਕੀਤਾ ਸਾਰਿਆਂ ਨੂੰ, ਕਿ ਭਾਈ ਪ੍ਰੇਮ ਦੇ ਨਾਲ ਹੀ ਉਸ ਪਰਿਪੂਰਨ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਸਰੀਰ ਕੋਈ ਵੀ ਹੋਵੇ, ਚਾਹੇ ਉਹ ਸਰੀਰ ਮੁਸਲਮਾਨ ਧਰਮ ਵਾਲਾ ਹੋਵੇ, ਚਾਹੇ ਉਹ ਹਿੰਦੂ ਧਰਮ ਵਾਲਾ ਹੋਵੇ, ਚਾਹੇ ਉਹ ਇਹ ਸਿੱਖ ਧਰਮ ਵਾਲਾ ਹੋਵੇ, ਪਰ ਕਹਿੰਦੇ ਅਸਲ ਵਿੱਚ ਜੀਵ ਦੀ ਜਿਹੜੀ ਵਿਚਾਰਧਾਰਾ ਨਾ, ਵਿਚਾਰਧਾਰਾ ਦੇ ਰਾਹੀਂ ਗੱਲ ਬਣਨੀ ਹੈ। ਦੇਖੋ ਕਈ ਐਸੇ ਨੇ ਜਿਹੜੇ ਧਰਮ ਨੂੰ ਕਲੰਕ ਲਾਉਂਦੇ ਨੇ, ਧਰਮ ਦਾ ਸਹਾਰਾ ਲੈ ਕੇ ਧਰਮ ਦੇ ਨਾਂ 'ਤੇ ਇਹੋ ਜਿਹੇ ਕਰਮ ਕਰਦੇ ਫਿਰਦੇ ਨੇ ਜਿਹੜੇ ਆਮ ਮਨੁੱਖ ਵੀ ਨਹੀਂ ਕਰਦੇ ਹਨ। ਕਦੇ ਵੀ ਧਰਮ ਦਾ ਸਹਾਰਾ ਲੈ ਕੇ ਗੁਰੂ ਸਰੇ ਧਰਮ ਦਾ ਮਾੜੇ ਕੰਮ ਨਾ ਕਰਨਾ ਕਰੋ, ਕਿਉਂਕਿ ਆਮ ਮਨੁੱਖ ਤਾਂ ਬਖਸ਼ਿਆ ਜਾਵੇਗਾ, ਜਿਹੜਾ ਧਰਮ ਦਾ ਸਹਾਰਾ ਲੈ ਕੇ ਉਲਟ ਕਰਮ ਕਰਦੇ ਨੇ ਉਹ ਮਾਲਕ ਦੀ ਦਰਗਾਹ ਵਿੱਚ ਕਦੇ ਬਖਸ਼ੇ ਨਹੀਂ ਜਾਣਗੇ। ਇਸ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਮਜ਼ਹਬ ਉਹ ਜਿਹੜਾ ਖੁਦਾ ਨੂੰ, ਜਿਹਦੇ ਰਾਹੀਂ ਖੁਦਾ ਨੂੰ ਮਿਲਿਆ ਜਾ ਸਕੇ। ਜਦੋਂ ਸਾਈਂ ਇਸ ਮੀਰ ਸ਼ਾਹ ਨੇ ਸਤਿਗੁਰੂ ਮਹਾਰਾਜ ਦੇ ਇਹ ਬਚਨ ਸੁਣੇ ਤੇ ਬਚਨ ਸੁਣਦਿਆਂ ਸਰ ਤਸੱਲੀ ਹੋ ਗਈ, ਸਜਦਾ ਕੀਤਾ, ਨਮਸਕਾਰ ਕੀਤੀ, ਕਹਿਣ ਲੱਗੇ ਧੰਨ ਹੈ ਗੁਰੂ ਨਾਨਕ ਸਾਹਿਬ ਮਹਾਰਾਜ, ਧੰਨ ਹੈ ਗੁਰੂ ਨਾਨਕ ਦਾ ਘਰ। ਹੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ, ਕਾਫੀ ਲੰਮਾ ਸਮਾਂ ਹੋ ਗਿਆ ਸੀ, ਮੇਰੇ ਮਨ ਵਿੱਚ ਇਹ ਸਵਾਲ ਪੈਦਾ ਹੋ ਰਹੇ ਸਨ। ਮੈਂ ਕਈਆਂ ਵੱਡੇ ਵੱਡੇ ਸੰਤਾਂ ਮਹਾਂਪੁਰਖਾਂ ਦੀ ਜਾ ਕੇ ਸੰਗਤ ਕੀਤੀ, ਮੈਂ ਤਪਸਵੀ ਲੋਕਾਂ ਦੀ ਸੰਗਤ ਕੀਤੀ, ਹਰ ਇੱਕ ਪਾਸੋਂ ਇਹਨਾਂ ਸਵਾਲਾਂ ਦੇ ਉੱਤਰ ਪੁੱਛਣਾ ਕੀਤੇ, ਮੈਨੂੰ ਉੱਤਰ ਮਿਲੇ ਨੇ।
पर मेरी तसल्ली नहीं हुई पातशाह। पर आप जी ने इस तरीके नाल मैनूं समझाना कीता कि मेरे मन की बिल्कुल तसल्ली हो गई, मन नूं शांति प्राप्त हो गई। सो गुरु सवारे ऐसे दीन दयालु गुरु तेग बहादुर साहब महाराज पता नहीं किन्ने सतगुरां की हजूरी विच आउंदे सन, सवाल करते सी ते सतगुरु उन्हां दे सवाल उत्तर दे के उन्हां निवृत्ति करते सन पातशाह जी। जे सतगुर दे आपां प्रेम की गल करिए तो पातशाह ने अपने जीवन काल विच बहुत समा विराग दे विच आके उस मालिक की प्रेमा भगती कीती है। आम तौर पर गुरु सवारिओ जदों सतगुरु जी उस मालिक की याद विच बैठते सन तो पातशाह दे नेत्र बंद हो जाते सन। कई शंका करते कहते नेत्र सतगुरु तो कहते ने भाई जे नेत्र बंद करके कहते कहाँ बक ध्यान लगाओ, कहते की हो गया, बगले बस समाधि ला के बैठ गया। पर गुरु सवारिओ ये ਜਿਹੜੇ पखंड ਦੇ सत कर्म ਕਰਦੇ ਉਹਨਾਂ ਦੇ ਲਈ ਸਤਿਗੁਰੂ ਨੇ शब्द ਵਰਤਣਾ ਕੀਤੇ ਨੇ। ਜਦੋਂ ਅੰਦਰੋਂ ਪ੍ਰੇਮ ਦਾ ਰਸ ਕਿਸੇ ਨੂੰ ਪ੍ਰਾਪਤ ਹੁੰਦਾ ਹੈ, ਅੰਦਰੋਂ ਜੀਵ ਜੋ ਜੁੜਦਾ ਹੈ ਤੇ ਆਪਣੇ ਅੰਤਰ ਆਤਮੇ ਜੁੜਦਾ ਹੈ ਤੇ ਉਦੋਂ ਨੇਤਰ ਆਪਣੇ ਆਪ ਹੀ ਬੰਦ ਹੋ ਜਾਂਦੇ ਨੇ, ਕਿਉਂਕਿ ਅੰਦਰ ਦਾ ਰਸ ਉਹ ਪ੍ਰਾਪਤ ਕਰਨ ਲੱਗ ਪੈਂਦੇ ਨੇ। ਬਾਹਰ ਦਾ ਰਸ ਸੰਸਾਰ ਵਿੱਚ ਵਿਚਰਦੇ ਨੇ, ਆਪਣੇ ਕਾਰ ਵਿਹਾਰ ਵੀ ਕਰਦੇ ਨੇ, पर बाहर का रस उन्होंने कबूल नहीं। नेत्रा रूपी डूनिया के राही अंतर ध्यान होके अंदर दे रस नूं प्राप्त करके उस मालिक दे विच ही अभेद हो जाते, लीन हो जाते ने। धन गुरु तेग बहादुर पातशाह महाराज दे भोग के सलोकों में 2 सलोक ने जिहदे च पातशाह ने सानू समझाना कीता कि ऐ जीव परमेश्वर की बंदगी तो बिना तेरा जिहड़ा जीवन है ये सारा ही व्यर्थ है। सतगुरु जी का फरमान कहते एक भगत भगवान जेह प्राणी कै नाहे मन जैसे सूकर सवान नानक मानो ताहे तन। भगवान एक है, परमेश्वर एक है जिहड़ा सारियां दी प्रतिपालना करने वाला है। जो गुरबाणी पढ़ते हैं तो पातशाह कहते ने हर जी माता हर जी पिता हर जियो प्रतिपालक हर जी मेरी सार करे हम हर के बारक। फिर सतगुरु कहते तू मेरा पिता, तू है मेरा माता, तू मेरा बंधप, तू मेरा भराता, तू मेरा राखा सबनी थाई तापो केहा कारा जियो। एक परमेश्वर है, खट भगा सपन जो वाहिगुरु है। कहते पर अफसोस की गल है, कहते प्राणा धारी जीव के मन विच वो परमेश्वर नहीं है परमेश्वर साडे अंदर ही बैठा होया, कदे बाहर नहीं है। आपां उस मालिक नूं लभण वास्ते कोई पहाड़ां दे उत्ते चलिया गया गुरु सवारिओ, किसी ने तीर्थां उत्ते जाके अपने डेरे ला ले, कि कोई गुफां में जाके बैठ गया, कोई जंगल वासी बन गया कि शायद सानू परमात्मा इस तरी इत्थों मिल जावे। पर रब गुरु सवारे साडे अंदर बैठा होया है, साडे कोल वेखण वाली अख नहीं है। जदों असी विचार रूपी नेत्रां दे राहीं अपने अंदर झाती मारांगे तो अंदरों ही जिस किसी ने भी अज तक उस मालिक नूं वाहिगुरू नूं प्राप्त किया है तो अंदरों ही प्राप्त किया है, कोई बाहरों नहीं किसी नूं प्राप्त होया, अंदरों ही प्राप्त किया। फिर अंदरों गुरु सवारे अंदर प्राप्त करने दे लई सानू अपने अंदर झाती मारनी पवेगी। सतगुरु कहते ने जेह प्राणी कै नाहे मन, कहते एक परमेश्वर है वाहिगुरू, कहते पर गल यह है कि वह प्राणाधारी जीव के मन दे विच नहीं है। क्योंकि भजन बंदगी जी बैठदा तो मन विच अनेकां प्रकार के संकल्प विकल्प पैदा हो जाते हैं। हत्थ विच गुटका साहब पकड़िया हुंदा, नितनेम करदा हुंदा है, नितनेम करदिआं साडा मन जिहड़ा भटकना विच दौड़िया भज्जिया फिरदा है तो मन गुरु सर टिकदा नहीं है।
ਮਨ ਨੂੰ ਟਿਕਾਉਣ ਦਾ ਇੱਕੋ ਇੱਕ ਤਰੀਕਾ ਏ, ਜਿਸ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਆਪਾਂ ਸ਼ਤਾਬਦੀ ਮਨਾ ਰਹੇ 400 ਸਾਲਾ, ਜਦੋਂ ਮਨ ਸਾਡਾ ਭਟਕਣਾ ਵਿੱਚ ਹੋਵੇ, ਬਾਣੀ ਪੜ੍ਹਦਿਆਂ ਸਮੇਂ ਸਾਡਾ ਮਨ ਇੱਧਰ ਉੱਧਰ ਦੌੜੇ, ਸਿਮਰਨ ਕਰਦਿਆਂ ਸਮੇਂ ਸਾਡਾ ਮਨ ਭਟਕਣਾ ਵਿੱਚ ਦੌੜਿਆ ਭੱਜਿਆ ਹੋਵੇ, ਤੇ ਉਦੋਂ ਗੁਰੂ ਸਰ ਆਪਣੇ ਮੁੱਖੋਂ ਇੱਕ ਹੀ ਗੱਲ ਆਖਿਆ ਕਰੋ। ਜਦੋਂ ਆਪਾਂ ਅਰਦਾਸ 'ਚ ਰੋਜ਼ਾਨਾ ਕਹਿੰਦੇ ਹਾਂ, ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਯਾਦ ਕਰਿਆ ਕਰੋ ਕਿ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਹੇ ਪਾਤਸ਼ਾਹ, ਆਪ ਜੀ ਨੇ ਮੱਖਣ ਸ਼ਾਹ ਦਾ ਡੁੱਬਦਾ ਹੋਇਆ ਬੇੜਾ ਬੰਨੇ ਲਾਣਾ ਕੀਤਾ। ਪਾਤਸ਼ਾਹ, ਸਾਡਾ ਮਨ ਵੀ ਵਿਸ਼ਿਆਂ ਵਿੱਚ, ਵਿਕਾਰਾਂ ਵਿੱਚ ਡੁੱਬ ਰਿਹਾ ਹੈ, ਸਾਡਾ ਮਨ ਭਟਕਣਾ ਵਿੱਚ ਡੁੱਬ ਰਿਹਾ ਹੈ। ਜੀਵਨ ਰੂਪੀ ਬੇੜੇ ਨੂੰ ਪਾਤਸ਼ਾਹ ਜੀ ਆਪ ਜੀ ਪਾਰ ਲਾਣਾ ਕਰੋ। ਜਦੋਂ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਨਾਮ ਲਵਾਂਗੇ, ਸਤਿਗੁਰੂ ਨੂੰ ਚੇਤੇ ਕਰਾਂਗੇ, ਤੇ ਸੱਚ ਜਾਣਿਓ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਸਾਡਾ ਜੀਵਨ ਰੂਪੀ ਬੇੜਾ ਪਾਰ ਲਾ ਦੇਣਾ ਹੈ। ਪਰ ਪਾਤਸ਼ਾਹ ਕਹਿੰਦੇ ਨੇ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਹੁਣ ਬਾਦਸ਼ਾਹ ਨੇ ਬਹੁਤ ਵੱਡੇ ਵਚਨ ਕਰ ਦਿੱਤੇ। ਕਿਸੇ ਮਨੁੱਖ ਨੂੰ ਆਪਾਂ ਕਹਿ ਦੇਣਾ ਉਹ ਕੂਕਰ, ਆਵਾਜ਼ ਮਾਰੀਏ, ਮਨੁੱਖ ਨੂੰ ਕੂਕਰ ਆਖ ਦਈਏ, ਸੂਰ ਆਖ ਦਈਏ, ਅਤੇ ਉਸ ਮਨੁੱਖ ਨੂੰ ਗੁਰੂ ਸਵਾਰੇ ਦੁੱਖ ਹੋਵੇ ਕਿ ਮੈਨੂੰ ਤੂੰ ਇਹ ਆਖਣਾ ਕੀਤਾ। ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ, ਜੇ ਤੇਰੇ ਕੋਲ ਪਰਮੇਸ਼ਰ ਦੀ ਬੰਦਗੀ ਨਹੀਂ ਹੈ, ਤੂੰ ਵਾਹਿਗੁਰੂ ਦੀ ਇਬਾਦਤ ਨਹੀਂ ਕਰਦਾ ਹੈ, ਕਹਿੰਦੇ ਫਿਰ ਸੱਚ ਜਾਣੀ ਤੇਰੀ ਹਾਲਤ ਕੂਕਰਾਂ ਦੀ ਨਿਆਈ ਹੈ। ਕਿਉਂਕਿ ਕੂਕਰ ਦੇ ਮਨ ਵਿੱਚ ਵੀ ਲਾਲਚ ਹੈ ਅਤੇ ਤੇਰੇ ਮਨ ਵਿੱਚ ਵੀ ਲੋਭ ਲਾਲਚ ਹੈ। ਕੂਕਰ ਵੀ ਲੋਭ ਲਾਲਚ ਕਰਦਾ, ਤੂੰ ਵੀ ਲੋਭ ਲਾਲਚ ਕਰ ਰਿਹਾ, ਅਤੇ ਫਰਕ ਦੱਸ ਕੀ ਹੈ। ਸੂਰ ਵੀ ਗੰਦਗੀ ਖਾਂਦਾ ਅਤੇ ਤੂੰ ਵੀ ਫਿਰ ਇੱਕ ਪਰਮੇਸ਼ਰ ਨੂੰ ਛੱਡ ਕੇ ਥਾਵਾਂ ਥਾਵਾਂ 'ਤੇ ਮੂੰਹ ਮਾਰਦਾ ਫਿਰ, ਜਿਵੇਂ ਸੂਰ ਗੰਦਗੀ, ਇਸ ਤਰ੍ਹਾਂ ਗੰਦ ਵੱਲ ਤੂੰ ਮੂੰਹ ਮਾਰਦਾ ਫਿਰਦਾ ਹੈ। ਕਹਿੰਦੇ ਅਸਲ ਮਿਲਿਆ ਤਾਂ ਮਨੁੱਖਾ ਦੇਹੀ ਹੈ, ਪ੍ਰਾਪਤ ਹੋਈ ਮਨੁੱਖਾ ਦੇਹੀ, ਪਰ ਮਨੁੱਖਾ ਦੇਹੀ ਦੇ ਵਿੱਚ ਉਸ ਮਾਲਕ ਦੀ ਇਬਾਦਤ ਨਹੀਂ ਕੀਤੀ। ਮਨੁੱਖਾ ਦੇਹੀ ਹੁੰਦਿਆਂ ਹੋਇਆਂ ਤੂੰ ਸੂਰ ਦੀ ਨਿਆਈ ਹੈ, ਸਵਾਨ ਦੀ ਨਿਆਈ ਹੈ, ਕੁੱਤੇ ਦੀ ਨਿਆਈ ਤੂੰ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਫਿਰ ਸਤਿਗੁਰੂ ਜੀ ਉਸ ਮਾਲਕ ਦਾ ਸਿਮਰਨ ਕਰਨਾ ਕਿਵੇਂ ਹੈ, ਤਰੀਕਾ ਕਿਹੜਾ ਉਸ ਮਾਲਕ ਦਾ ਸਿਮਰਨ ਕਰਨ ਦੇ ਨੇ। ਅਤੇ ਪਾਤਸ਼ਾਹ ਕਹਿੰਦੇ ਨੇ, ਅਗਲੇ ਪੰਕਤੀ ਪਾਤਸ਼ਾਹ ਬਚਨ ਕਰਦੇ ਨੇ, ਕਹਿੰਦੇ ਨੇ, ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੱਸਦੇ ਨੇ, ਕਹਿੰਦੇ ਜਿਵੇਂ ਸਵਾਨ ਦਾ ਅਰਥ ਹੈ ਕੂਕਰ, ਆਪਣੇ ਮਾਲਕ ਦਾ ਦਰ ਕਹਿੰਦੇ ਕਦੇ ਕੂਕਰ ਨਹੀਂ ਛੱਡਦਾ। ਮਾਲਕ ਚਾਹੇ ਆਪਣੇ ਕੂਕਰ ਨੂੰ ਇੱਕ ਪ੍ਰਸ਼ਾਦਾ ਪਾਵੇ, 2 ਪਾਵੇ, 3 ਪਾਵੇ, ਅਤੇ ਕੂਕਰ ਵਿੱਚ ਇਹ ਗੁਣ ਹੁੰਦਾ, ਅਤੇ ਕੂਕਰ ਆਪਣੀ ਪੂੰਛ ਹਿਲਾਉਂਦਾ, ਆਪਣੇ ਕੰਨ ਖੜੇ ਕਰਦਾ, ਅਤੇ ਮਾਲਕ ਵੱਲ ਬੜੇ ਧਿਆਨ ਨਾਲ ਦੇਖਦਾ, ਅਤੇ ਜਿਹੜੇ ਆਪਣੀ ਪੂੰਛ ਹਿਲਾਉਂਦਾ, ਕੰਨ ਖੜੇ ਕਰਦਾ, ਉਹ ਇੱਕ ਤਰ੍ਹਾਂ ਆਪਣੇ ਮਾਲਕ ਦਾ ਧੰਨਵਾਦ ਕਰਦਾ ਕਿ ਮੇਰੇ ਮਾਲਕਾ, ਤੈਂ ਮੈਨੂੰ ਖਾਣ ਲਈ ਇਹ ਭੋਜਨ ਦੇਣਾ ਕੀਤਾ, ਤੇਰਾ ਸ਼ੁਕਰ ਹੈ। ਕਿ ਦੂਜੇ ਪਾਸੇ ਆਪਾਂ ਹੁਣ ਮਨੁੱਖ ਦੀ ਗੱਲ ਕਰੀਏ, ਮਨੁੱਖ ਨੂੰ ਪਰਮਾਤਮਾ 36 ਪ੍ਰਕਾਰ ਦੇ ਪਕਵਾਨ ਦੇ ਰਿਹਾ। 36 ਪ੍ਰਕਾਰ ਦੇ ਪਕਵਾਨ ਤੋਂ ਭਾਵ ਕੀ ਹੈ? ਇਹ ਨਹੀਂ ਕਿ 36 ਪ੍ਰਕਾਰ ਦੇ ਭੰਡਾਰੇ ਅੱਗੇ ਰੱਖਦੇ, ਨਹੀਂ। 36 ਪ੍ਰਕਾਰ ਦੇ ਪਕਵਾਨ ਨੇ ਮਨਪਸੰਦ ਭੋਜਨ ਛਕਣਾ। ਜਿਹੜਾ ਮਨ ਕਰ ਗਿਆ ਕਿ ਅੱਜ ਮੈਂ ਫਲਾਣੀ ਸਬਜ਼ੀ ਖਾਣੀ ਹੈ, ਰਸੋਈ 'ਚ ਤਿਆਰ ਕੀਤੀ ਛਕ ਲਈ। ਅੱਜ ਮੈਂ ਆਹ ਖਾਣਾ ਹੈ, ਉਹ ਤਿਆਰ ਕਰਕੇ ਖਾ ਲਓ। ਉਹ ਹੈ 36 ਪ੍ਰਕਾਰ ਦਾ, ਜੋ ਮਨ ਕੀਤਾ ਉਹ ਛਕ ਲਿਆ। ਕਹਿੰਦੇ ਇੱਕ ਪਾਸੇ ਕੂਕਰ ਜਿਹੜਾ ਹੈ ਉਹ ਛਕ ਕੇ ਆਪਣੇ ਮਾਲਕ ਦਾ ਧੰਨਵਾਦ ਕਰਦਾ, ਜਿਹੜਾ ਮਾਲਕ ਤੈਨੂੰ ਦੇ ਰਿਹਾ ਹੈ ਜੀਵ, ਇਹ ਮਨੁੱਖ, ਤੈਂ ਕਦੇ ਮਾਲਕ ਦਾ ਧੰਨਵਾਦ ਨਹੀਂ ਕੀਤਾ। ਕਹਿੰਦੇ ਦੇਖੋ ਕਈ ਵਾਰੀ ਮਾਲਕ ਜਿਹੜਾ ਆਪਣੇ ਕੂਕਰ ਨੂੰ ਮਾਰਦਾ ਹੈ, ਸੋਟੀ ਨਾਲ ਕੁੱਟਦਾ ਵੀ, ਕਈ ਵਾਰੀ ਸੋਟੀ ਮਾਰਦਾ,
ਤੇ ਕੂਕਰ ਕਦੇ ਆਪਣੇ ਮਾਲਕ ਦਾ ਦਰ ਛੱਡ ਕੇ ਨਹੀਂ ਜਾਂਦਾ। ਸੋਟੀ ਨਾ ਮਾਰਿਆ ਉਹ ਫੇਰ ਗੁਰੂ ਪੂੰਛ ਹਿਲਾ ਕੇ ਇਕੱਠਾ ਹੋ ਕੇ ਫੇਰ ਕੋਲ ਬੈਠ ਜਾਂਦਾ ਹੈ। ਤੇ ਕਈ ਵਾਰੀ ਜੀਵਨ ਵਿੱਚ ਵਿਚਰਦਿਆਂ ਹੋਇਆਂ ਮਨੁੱਖ ਨੂੰ ਕਦੇ ਦੁੱਖ ਆਉਂਦਾ, ਕਦੇ ਸੁੱਖ ਆਉਂਦਾ। ਤੇ ਦੁੱਖ ਸੁੱਖ ਦੇ ਵਿੱਚ ਜਦੋਂ ਸੁੱਖ ਆਉਂਦਾ ਤੇ ਦੁੱਖ ਆਉਂਦਾ, ਦੁੱਖ ਵੇਲੇ ਮਨੁੱਖ ਪਰਮਾਤਮਾ ਨੂੰ ਉਲਾਂਭੇ ਦੇਣ ਲੱਗ ਪੈਂਦਾ। ਤੇ ਸੁੱਖ ਵਿੱਚ ਗੁਰੂ ਸਵਾਰੇ ਐਸਾ ਮਸਤ ਹੋ ਜਾਂਦਾ ਹੈ ਕਿ ਨਾ ਸ਼ੁਕਰਾ ਬਣ ਜਾਂਦਾ, ਪਰਮਾਤਮਾ ਨੂੰ ਭੁੱਲ ਹੀ ਜਾਂਦਾ ਹੈ। ਕਿੰਨਾ ਅੰਤਰ ਹੈ। ਉਹ ਵੀ ਜੀਵ ਹੈ, ਕੂਕਰ ਵੀ ਜੀਵ ਹੈ ਤੇ ਮਨੁੱਖ ਵੀ ਜੀਵ ਹੈ। ਦੋਨਾਂ ਵਿੱਚ ਪਰਮਾਤਮਾ ਨੇ ਜੋਤ ਟਿਕਾਈ ਹੋਈ ਹੈ, ਜਿੰਦ ਟਿਕਾਈ ਹੋਈ ਹੈ। ਤੇ ਦੋਨਾਂ ਦੇ ਸੁਭਾਅ ਦਾ ਜ਼ਮੀਨ ਆਸਮਾਨ ਦਾ ਫਰਕ ਹੈ। ਕੂਕਰ ਪ੍ਰਸ਼ਾਦਾ ਛਕਦਾ ਤੇ ਆਪਣੇ ਮਾਲਕ ਦਾ ਵਫਾਦਾਰ ਬਣ ਕੇ ਰਹਿੰਦਾ ਤੇ ਮਨੁੱਖ ਸਭ ਕੁਝ ਪ੍ਰਾਪਤ ਕਰਕੇ ਮਨੁੱਖ ਹਰ ਸਮੇਂ ਨਾ ਸ਼ੁਕਰਾ ਬਣਿਆ ਰਹਿੰਦਾ ਹੈ। ਸਤਿਗੁਰੂ ਕਹਿੰਦੇ ਸਿੱਖਿਆ ਲੈਣਾ ਕਰ। ਜਿਵੇਂ ਕੂਕਰ ਨੇ ਕਹਿੰਦੇ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ, ਕਹਿੰਦੇ ਇਸੇ ਤਰ੍ਹਾਂ ਐ ਜੀਵ ਤੂੰ ਵੀ ਉਸ ਮਾਲਕ ਦਾ ਸਿਮਰਨ ਕਰਨਾ ਕਰ। ਨਾਨਕ ਇਹ ਬਿਦ ਹਰ ਭੁਜ ਇੱਕ ਮਨ ਹੋਏ ਇੱਕ ਚਿੱਤ, ਇਕਾਗਰ ਚਿੱਤ ਹੋ ਕੇ ਇਹ ਮਨ ਹਰ ਜੀ ਧਿਆਏ ਤੂੰ। ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛਤਾਏ। ਇਸ ਪ੍ਰਕਾਰ ਇਕਾਗਰ ਚਿੱਤ ਭਾਏ, ਪ੍ਰੇਮ ਦੇ ਨਾਲ ਕਹਿੰਦੇ ਉਸ ਮਾਲਕ ਨੂੰ ਚੇਤੇ ਕਰਨਾ ਕਰ। ਉਸ ਮਾਲਕ ਨੂੰ ਚੇਤੇ ਕਰਨ ਤੋਂ ਭਾਵ ਕੀ ਇਹ ਨਹੀਂ ਕਿ ਮੁੱਖੋਂ ਆਪਾਂ ਵਾਹਿਗੁਰੂ ਵਾਹਿਗੁਰੂ ਆਖੀ ਜਾਈਏ, ਸਤਿਗੁਰ ਦੀ ਬਾਣੀ ਪੜ੍ਹਦੇ ਰਹੀਏ ਤੇ ਦੂਜੇ ਪਾਸੇ ਆਪਾਂ ਧਰਮ ਤੋਂ ਉਲਟ ਵੀ ਕਰਮ ਕਰਦੇ ਰਹੀਏ। ਕਿ ਸਾਨੂੰ ਫਿਰ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਣਗੀਆਂ। ਇੱਕ ਮਨ ਇੱਕ ਚਿੱਤ ਭਾਏ ਤੋਂ ਭਾਵ ਹੈ ਕਿ ਜੋ ਸਾਡਾ ਗੁਰੂ ਕਹਿ ਰਿਹਾ ਹੈ ਉਹਦੇ ਅਨੁਸਾਰ ਅਸੀਂ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ। ਜਿਸ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਆਪਾਂ ਸ਼ਤਾਬਦੀ ਮਨਾ ਰਹੇ ਹਾਂ, ਸਤਿਗੁਰ ਦੀ ਬਾਣੀ ਤੋਂ ਆਪਾਂ ਇਹੀ ਸਿੱਖਿਆ ਲੈਣੀ ਹੈ ਕਿ ਸਤਿਗੁਰੂ ਦੀ ਬਾਣੀ ਵਿੱਚ ਵਿਰਾਗ ਹੈ, ਤਿਆਗ ਹੈ, ਅਨੁਰਾਗ ਹੈ। ਤੇ ਪਾਤਸ਼ਾਹ ਦੇ ਚਰਨਾਂ 'ਚ ਇਹ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਸਾਡੇ ਅੰਦਰ ਵੀ ਆਪ ਜੀ ਅਨੁਰਾਗ ਪੈਦਾ ਕਰ ਦਿਓ। ਜੇ ਅਨੁਰਾਗ ਪੈਦਾ ਹੋ ਗਿਆ, ਅਨੁਰਾਗ ਤੋਂ ਭਾਵ ਹੈ ਪ੍ਰੇਮ, ਤੇ ਸਤਿਗੁਰੂ ਆਪਣੇ ਆਪ ਹੀ ਫਿਰ ਸਾਡੇ ਅੰਦਰ ਤਿਆਗ ਵਾਲੀ ਬਿਰਤੀ ਪੈਦਾ ਹੋ ਜਾਵੇਗੀ। ਸਾਡੇ ਅੰਦਰ ਆਪਣੇ ਆਪ ਵਿਰਾਗ ਪੈਦਾ ਹੋ ਜਾਵੇਗਾ। ਸਭ ਤੋਂ ਪਹਿਲਾਂ ਪ੍ਰੇਮ ਉਤਪੰਨ ਹੋਣਾ ਹੈ। ਹੁਣ ਤਿਆਗ ਤੋਂ ਭਾਵ ਇਹ ਨਹੀਂ ਕਿ ਆਪਣਾ ਘਰ-ਬਾਰ ਛੱਡ ਕੇ ਆਪਾਂ ਜੰਗਲ ਵਾਸੀ ਬਣ, ਪਰਬਤ ਵਾਸੀ ਨਹੀਂ। ਤਿਆਗ ਤੋਂ ਭਾਵ ਹੈ ਰਹਿਣਾ ਸੰਸਾਰ ਦੇ ਵਿੱਚ, ਆਪਣੇ ਕਾਰ ਵਿਹਾਰ ਕਰਨੇ ਨੇ, ਪਰ ਕਾਰ ਵਿਹਾਰ ਕਰਦਿਆਂ ਹੋਇਆਂ ਵੀ ਚਿੱਤ ਆਪਾਂ ਕਰਤਾਰ ਵਿੱਚ ਜੋੜ ਕੇ ਰੱਖਣਾ ਹੈ। ਸਤਿਗੁਰ ਦੀ ਬਾਣੀ ਪੜ੍ਹਦੇ ਹਾਂ, ਸੱਚ ਦੇ ਪਾਂਧੀ ਬਣਨਾ, ਸੱਚ ਦੇ ਉਪਾਸ਼ਕ ਬਣਨਾ, ਸੱਚ ਉੱਤੇ ਪਹਿਰਾ ਦੇਣਾ ਹੈ। ਫਿਰ ਸਾਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਖੁਸ਼ੀਆਂ ਨਸੀਬ ਹੋਣਗੀਆਂ। ਸੋ ਸਤਿਗੁਰੂ ਕਹਿੰਦੇ ਇੱਕ ਮਨ ਹੋਏ ਇੱਕ ਚਿੱਤ, ਇਕਾਗਰ ਚਿੱਤ ਹੋ ਕੇ ਇਸ ਤਰ੍ਹਾਂ ਉਸ ਮਾਲਕ ਦਾ ਨਾਮ ਜਪਣਾ ਕਰ। ਮਾਲਕ ਦਾ ਨਾਮ ਜਪਣ ਲਈ ਸਾਨੂੰ ਮਾਲਕ ਦੇ ਹੁਕਮ ਵਿੱਚ ਚੱਲਣਾ ਪਵੇਗਾ, ਗੁਰੂ ਦੀ ਗੱਲ ਮੰਨਣੀ ਪਵੇਗੀ। ਹੁਕਮ ਕੀ ਹੈ? ਸਤਿਗੁਰੂ ਕਹਿੰਦੇ ਨੇ, ਜਿਵੇਂ ਇੱਕ ਭਗਤ ਕਬੀਰ ਸਾਹਿਬਾਨ ਜੀ ਦਾ ਸ਼ਲੋਕ ਹੈ, ਕਬੀਰ ਸਾਹਿਬਾਨ ਜੀ ਬਚਨ ਕਰਦੇ ਨੇ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਬਰੀ ਜਹ ਖਿੰਚੈ ਤਹ ਜਾਓ। ਕਬੀਰ ਸਾਹਿਬਾਨ ਜੀ ਕਹਿੰਦੇ ਨੇ ਕਿ ਮੈਂ ਰਾਮ ਦੇ ਦਰ ਦਾ ਕੂਕਰ ਹਾਂ, ਰਾਮ ਦੇ ਦਰ ਦਾ ਕੂਕਰ ਹਾਂ ਤੇ ਮੇਰੇ ਮਾਲਕ ਨੇ ਮੇਰਾ ਨਾਮ ਮੁਤੀਆ ਮੋਤੀ ਰੱਖਿਆ ਹੋਇਆ ਹੈ। ਜਿਵੇਂ ਪਾਲਤੂ ਕੁੱਤਾ ਘਰ ਵਿੱਚ ਰੱਖਿਆ ਹੁੰਦਾ ਨਾ, ਸੰਗਲੀ ਪਾ ਕੇ ਪਟਾ ਪਾਇਆ ਹੁੰਦਾ ਗਲ ਵਿੱਚ, ਜਿੱਧਰ ਨੂੰ ਮਾਲਕ ਸੰਗਲੀ ਖਿੱਚਦਾ, ਰੱਸੀ ਖਿੱਚਦਾ ਤੇ ਕੂਕਰ ਉਧਰਲੇ ਪਾਸੇ ਨੂੰ ਜਾਂਦਾ ਏ। ਤੇ ਕਬੀਰ ਸਾਹਿਬਾਨ ਜੀ ਕਹਿੰਦੇ ਨੇ ਇਸੇ ਤਰ੍ਹਾਂ ਮੇਰੇ ਮਾਲਕ ਨੇ ਮੇਰੇ ਗਲ ਵਿੱਚ ਹੁਕਮ ਰੂਪੀ ਜੇਵਰੀ ਪਾਈ ਹੋਈ ਹੈ, ਸੰਗਲੀ ਪਾਈ ਹੋਈ ਹੈ। ਜਿੱਧਰ ਨੂੰ ਮੇਰਾ ਮਾਲਕ ਹੁਕਮ ਕਰਦਾ, ਮੈਂ ਆਪਣੇ ਮਾਲਕ ਦੇ ਹੁਕਮ ਉਧਰਲੇ ਪਾਸੇ ਨੂੰ ਜਾ ਰਿਹਾ। ਹੁਕਮ ਦੀ ਪਾਲਣਾ। ਹੁਣ ਗੁਰੂ ਦਾ ਹੁਕਮ ਕੀ ਹੈ?
गुरु दा हुक्म है पीओ पाहुल खंड धार होए जन्म सहेला, वाह वाह गोबिंद सिंह आपे गुर चेला। ये गुरु दा हुक्म है ना। किसी नूं कह दी कि भाई खंडे बाटे दा अमृत छको, साबत सूरत होवो, तो अगों वो उत्तर देंदे ने कि बाबे तां विहले ने जी, एवें आख देंदे ने। पर नहीं गुरु सवारे, ये गुरु कलगीधर पातशाह दा हुक्म है। कई कहते हैं आपां बाणी पढ़ते हैं, सिमरन करते हैं, सानू खंडे बाटे दा अमृत छकण की की लोड़ है। सवाल है कि गुरु कलगीधर पातशाह महाराज ने 5 प्यारे साहबानां नूं सरजीव किया, खंडे बाटे की पौल देना की। फिर कलगीधर पातशाह नूं खंडे बाटे का अमृत छकण की की लोड़ सी? सतगुरू नूं की लोड़ सी? सतगुरू 5 प्यारिਆਂ ਨੂੰ अमृत छका दिंदे ते बाद जब वो 5 पैर अगे साज दिंदे बाकियां नूं। ते गुरु पातशाह नूं पता सी कि आउण वाले समय विच साडे सिख ही ये सवाल करनगे कि की लोड़ है खंडे बाटे दा अमृत छकण दी। ते कलगीधर पातशाह ने इस करके आप अमृत छकिया, आपे गुर चेला बने। ते सतगुरू ने बचन कर दिते, कहण लगे भाई खंडे बाटे दा अमृत छक के गुरु के जहाजे चढ़ के ही जीव का जिहड़ा जीवन सफल होना है। जो आप गुरबाणी पढ़ते हैं, गुरबाणी विच पातशाह कहते हैं जिहड़ा गुर मंत्र है, 5 प्यारे साहबान सानू जो अमृत छकाउंदे ने, अमृत छकाउण तो बाद जो रहत में दृढ़ सब तो पहला वो मूल मंत्र ते गुर मंत्र दृढ़ करांदे ने। इसदा मतलब की है, गुर मंत्र मूल मंत्र सानू कित्थों प्राप्त हुंदा? गुरु पासों। 5 प्यारे साहबान गुरु ग्रंथ साहिब हजूरी विच गुरु का रूप होंदे ने। पातशाह ने कहा इन पंचन मोरो वासा। हुण जिहदे कोल ये गुर मंत्र नहीं है, गुर मंत्र नहीं है, उस जीव की हालत कैसी है? 5वें गुरदेव धन गुरु अर्जन दे मरण पुछो। तो गुरु अर्जन देव महाराज बचन करते हैं, गुर मंत्र हीनस जो प्राणी, त्रिगंत जन प्रश्न है, कूकर है सूकर है, कूकर है सूकर है, गर्दप है काक है, तुल खल है। कहते ये टेढ़ियां मेढ़ियां जूनां विच वो भटकदे ने। कुत्ते की जून मिलती है, सूर की जून मिलती है, कां की जून मिलती है, गर्ग इस तरह गधे की जून प्राप्त होती है। ये टेढ़ियां मेढ़ियां जूनां विच गुरु के मंत्र तो हीणापुर जिहड़ा है वो भटकदा रहिंदा है। भाव 84 का आवागुण च वो जीव विचरदा रहिंदा है। सो समा गुरु सवारे पूर्ण हो चुका, हुक्म होया सी कि 7 बजे आनंद साहब का जाप करना है। सो दास तो बोलदियां तो एक नहीं अनेकां गलतियां हो गईयां होणगीਆਂ। संगत अते सतगुरु बख्शण योग ਹਨ, भुल चुक की खिमा करनी जी। सो प्रबंधक कमेटी का धन्नवाद, इत्थों के ग्रंथी साहिबान भाई दर्शन सिंह जी, उन्हों का धन्नवाद, कोटान कोट धन्नवाद। धन धन सतगुरु श्री गुरु ग्रंथ साहिब महाराज का, गुरु तेग बहादुर साहिब महाराज का, जिन्हों ने अपनी गोद विच बिठा के ये गुरमत विचारां का सुभागा समा सानू बख्शिश किया है। सो दास तो बोलदे तो एक नहीं अनेकां गलतियां हो गईयां होणगीਆਂ, भुल चुक की खिमा करनी जी। वाहिगुरू जी का खालसा वाहिगुरू जी की फतेह। राम कली महला तीजा। आनंद एक ओंकार सतगुर प्रसाद। आनंद पिया मेरी माए सतगुरु मैं पाया। राग रतन परवार परियां शब्द गावण आईयां। कह नानक आनंद होआ सतगुरु मैं पाया। हर नाल रहो तू मन मेरे दुख सब विसारना। सबना गल्लां समरथ स्वामी सो क्यों मनो विसारे। साचे साहिबा क्या नहीं करते रै।
सदा सिफत सलाह तेरी नाम मन बसावे। कह नानक सच्चे साहिब क्या नहीं कर तेरे, साचा नाम मेरा आधारो। कर शांत सुख मन आय बसिया, जिन इच्छा सब पुजाइया। कह नानक सुनो संत हो शब्द तरो प्यारो, साचा नाम मेरा आधारो। बाजे पंच शब्द तित घर, पंच दूत तुद बस, कीते काल कंटक मारिया। कह नानक तै सुख होआ, तित कर अनहद बाजे। पार ब्रह्म प्रभ पाया, उतरे सगल बिसूरे। संत साजन भय सरसे, पूरे गुर ते जानी। बिन बंत नानक गुर चरण लागे, बाजे अनहद तूरे। सुन ते पनीत कहते पवित, सतगुर रहा परपु। बिन बंत नानक गुर चरण लागे, वाजे अनहद तूरे। वाहिगुरु जी का खालसा, वाहिगुरु जी की फतेह।